कुछ रूहानियत दे ऐसे चीज़ां ने ਜਿਹੜੀਆਂ ਬਾਣੀ ਦੇ ਅੰਦਰ ਜੇ ਉਹ ਜਿਹਾ ਜੀਵਨ ਆਪਾਂ ਪਹਿਲਾਂ ਬਤੀਤ ਕੀਤਾ ਹੋਵੇ, ਗੁਰਮੁਖਾਂ ਦੀ ਸੰਗਤ ਕੀਤੀ ਹੋਵੇ, ਆਪ ਅਸੀਂ 100 ਪਾਠ ਜਪਜੀ ਸਾਹਿਬ ਦਾ ਕੀਤਾ, ਇੰਨੇ ਨੇ ਪਹਿਲਾਂ ਲੱਖ ਮੂਲ ਮੰਤਰ ਕੀਤਾ, ਇਹਨਾਂ ਨਾਲ ਅਭਿਆਸ ਕੀਤਾ, ਅਭਿਆਸੀਆਂ ਦੇ ਨਾਲ ਰਹੇ ਆ, ਅਭਿਆਸੀਆਂ ਦੀ ਅਵਸਥਾ ਮੈਂ ਆਪ ਬਣਦੀ ਦੇਖੀ ਆ। ਮੈਨੂੰ ਸਾਰੀਆਂ ਚੀਜ਼ਾਂ ਨਾਲ ਨਾਲ ਦੱਸਦੇ। ਮਹਾਂਪੁਰਖਾਂ ਦੇ ਅਸੀਂ ਸਿਰ ਨੂੰ ਅਕਸਰ ਜਦੋਂ ਬਹੁਤ ਪਾਠ ਕਰਨ ਕਰਕੇ ਸਿਰ ਥੱਕ ਜਾਂਦਾ, ਮੈਂ ਤੇਲ ਮਲਦਾ ਸੀ। ਮੈਂ ਇੱਥੋਂ ਸਿਰ ਵਿੱਚੋਂ ਮਾੜਾ ਜਿਹਾ ਜਿਵੇਂ ਦੱਬਿਆ, ਮੈਂ ਕਿਹਾ ਪੋਲਾ ਜਿਹਾ ਕਿਉਂ ਇੱਥੋਂ? ਕਹਿੰਦਾ ਦੇਖੀ ਜ਼ੋਰ ਨਾਲ ਨਾ ਦੱਬਦੀ ਕਿਤੇ। ਮੈਂ ਕਿਹਾ ਇਹ ਕੀ ਹੈ? ਹੱਸਣ ਲੱਗ ਪਏ। ਕਹਿੰਦੇ ਦਸਮ ਦੁਆਰ ਹੈ। ਜਦੋਂ ਖੁੱਲ੍ਹ ਜਾਂਦਾ ਤਾਂ ਇੱਥੋਂ ਬਿਲਕੁਲ ਪੋਲਾ ਜਿਹਾ ਹੋ ਜਾਂਦਾ, ਉਹ ਰੂੰ ਵਰਗਾ ਪੋਲਾ ਹੁੰਦਾ। ਬੱਚੇ ਜਿਵੇਂ ਜੰਮਦੇ ਆ, 1 ਮਹੀਨੇ ਦਾ ਬੱਚਾ, 15 ਦਿਨ ਦਾ ਬੱਚਾ, ਉਹਦਾ ਸਿਰ ਇੱਥੋਂ ਦੇਖਿਓ ਐਨ ਪੋਲਾ ਜਿਹਾ ਹੁੰਦਾ, ਫਿਰ ਬਾਅਦ ਸਖਤ ਹੁੰਦਾ ਹੈ। ਮੇਰੇ ਨਾਲ ਦੇ ਵਿੱਚ ਕਈ ਅਭਿਆਸੀ ਉਦੋਂ ਅਭਿਆਸ ਕਰਦੇ ਕਰਦੇ ਕਾਮਯਾਬ ਹੋਏ। ਇਹ ਸਾਰੀਆਂ ਚੀਜ਼ਾਂ ਮੈਨੂੰ ਉਹਨਾਂ ਤੋਂ ਗਿਆਨ ਹੋਇਆ। ਹੁਣ ਤਾਂ ਖੈਰ ਕੋਈ ਅੰਤ ਹੀ ਨਹੀਂ ਨਾ। ਹੁਣ ਤਾਂ ਗੁਰੂ ਗ੍ਰੰਥ ਸਾਹਿਬ ਦੀ ਕਥਾ ਸੁਣ ਕੇ ਇੰਨੀ ਸੰਗਤ ਅਭਿਆਸ ਕਰਦੀ ਆ। ਵਰਲਡ ਦੇ ਵਿੱਚ ਮੂਲ ਮੰਤਰ ਦਾ ਇੰਨਾ ਅਭਿਆਸ ਚੱਲ ਰਿਹਾ, ਜਪਜੀ ਸਾਹਿਬ ਦੇ ਪਾਠ। ਮੈਂ ਖੁਦ ਹੈਰਾਨ ਹਾਂ ਵੀ 25 ਸੁਖਮਨੀ ਸਾਹਿਬ ਦੇ ਪਾਠ ਸਿੰਘ ਕਰਦੇ ਔਰ ਬਖਸ਼ਿਸ਼ ਇੰਨੀ ਛੇਤੀ ਹੋ ਰਹੀ ਆ। 7 ਦਿਨਾਂ ਵਿੱਚ, ਕਿਸੇ ਤੇ ਮਹੀਨੇ ਵਿੱਚ, ਕਿਸੇ ਤੇ 2 ਮਹੀਨਿਆਂ 'ਚ ਇਹੀ ਖਬਰ ਆਉਂਦੀ ਆ ਵੀ ਆਹ ਹੋ ਗਿਆ, ਆਹ ਹੋ ਗਿਆ, ਹੁਣ ਅੱਗੇ ਕੀ ਕਰਨਾ। ਮੈਂ ਖੁਦ ਬੜਾ ਹੈਰਾਨ ਵੀ ਹੁਣ ਮਹਾਰਾਜ ਦੀ ਕਿਰਪਾ ਬਹੁਤ ਹੋ ਰਹੀ, ਉਹਨੂੰ ਸੰਭਾਲਣ ਦੀ ਲੋੜ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਅਰਥਾਂ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ ਹੈ, ਅਸਲ ਵਿੱਚ ਜਿਹੜੇ ਅੱਜ ਆਪਾਂ ਕਹਿੰਦੇ ਸਾਡਾ ਮਨ ਨਹੀਂ ਟਿਕਦਾ, ਮਨ ਟਿਕਦਾ ਅਰਥਾਂ ਨਾਲ। ਜੇ ਆਪਾਂ ਨੂੰ ਅਰਥ ਆਉਂਦੇ ਹੋਣ ਤਾਂ ਉਹਦੇ ਵਿੱਚ ਮਨ ਜੁੜਦਾ ਵੀ ਹੈ। ਅੱਜ ਜਦੋਂ ਅਮਰੀਕਾ ਦੇ ਵਿੱਚ ਅਸੀਂ ਕਥਾ ਕੀਤੀ, 2 ਘੰਟੇ ਜਪਜੀ ਸਾਹਿਬ ਦੀ ਕਥਾ, ਇੱਕ ਹੁਣ ਨਵੀਂ ਰਿਕਾਰਡ ਕੀਤੀ ਆ, ਸ਼ਾਇਦ ਆ ਗਈ ਹੋਣੀ। ਇੰਟਰਨੈਟ 'ਤੇ ਸਾਈਟ ਖੋਲ੍ਹੋ, ਗੁਰਬਾਣੀ ਉਪਦੇਸ਼ .org, ਆਰਗੇਨਾਈਜੇਸ਼ਨ ORG, ਉਹ ਸਾਈਟ ਖੋਲ੍ਹ ਕੇ ਉਹਦੇ ਤੋਂ ਸਾਰਾ ਖਜ਼ਾਨਾ ਡਾਊਨਲੋਡ ਕੀਤਾ ਜਾ ਸਕਦਾ। ਕੋਈ ਪੈਸਾ ਨਹੀਂ ਉੱਥੇ। ਸੰਗਤ ਨੂੰ ਸਿਰਫ ਸਹੂਲਤ ਵਾਸਤੇ, ਕਿਉਂਕਿ USA ਦਾ ਨਿਊਯਾਰਕ ਤੋਂ ਲੈ ਕੇ ਸਨ ਫਰਾਂਸਿਸਕੋ ਤੱਕ ਲਗਾਤਾਰ ਟਰੱਕ ਚੱਲੇ ਤਾਂ 48 ਘੰਟੇ ਟਰੱਕ ਪਹੁੰਚਦਾ। ਇੰਨਾ ਵੱਡਾ USA, 6 ਘੰਟੇ ਤਾਂ ਜਹਾਜ਼ ਹੀ ਪਹੁੰਚਦਾ ਉੱਥੇ। ਹਲੇ ਬਾਕੀ USA ਫੇਰ ਵੱਜ ਜਾਂਦਾ ਅੱਗੇ। ਸਿੰਘ ਕਹਿੰਦੇ ਵੀ ਇਹੀਆਂ ਜਿਹੀਆਂ ਚੀਜ਼ਾਂ ਤਿਆਰ ਕਰਕੇ ਦੋ, ਇੱਕੋ ਸਫ਼ਰ 'ਚ ਸਾਰਾ ਕੁਝ ਸੁਣੀਏ। 2 ਘੰਟੇ ਜਪਜੀ ਸਾਹਿਬ ਦੇ ਅਰਥ ਕੀਤੇ, 2 ਘੰਟੇ ਜਾਪ ਸਾਹਿਬ ਦੇ ਅਰਥ ਕੀਤੇ, ਅੱਧੇ ਘੰਟੇ 'ਚ ਸਵਈਏ, ਅੱਧੇ ਘੰਟੇ ਚੌਪੀ ਦੇ ਅਰਥ ਕੀਤੇ, 98 ਮਿੰਟ 'ਚ ਆਨੰਦ ਸਾਹਿਬ ਦੇ ਅਰਥ ਹੋਏ ਨੇ, 1 ਘੰਟੇ 'ਚ ਰਹਿ ਰਾਸ ਦੇ ਅਰਥ ਹੋਏ ਨੇ, ਅੱਧੇ ਘੰਟੇ 16 ਸਾਹਿਬ ਦੇ ਅਰਥ ਹੋਏ। ਲੰਬੀ ਡਰਾਈਵ ਤੁਸੀਂ ਵੀ ਇੱਥੇ ਜਾਓ, ਇੱਕ ਕਹਿੰਦੇ ਇਟਲੀ ਲੰਬਾ ਬੜਾ, ਚੌੜਾ ਘੱਟ। ਜੇਕਰ ਲੰਬੇ ਸਫ਼ਰ 'ਚ ਜਾਓ, CD ਪਾ ਲਓ ਵਿੱਚ, ਜਪਜੀ ਸਾਹਿਬ ਦੇ 2 ਘੰਟੇ 'ਚ ਅਰਥ ਸੁਣੋ, ਜਾਪ ਸਾਹਿਬ ਦੇ ਸੁਣੋ। ਕਿਉਂਕਿ ਜਿਹੜਾ ਆਪਾਂ ਪਹਿਲਾਂ ਅਰਥ ਕੀਤੇ, 84 ਟਰੈਕ ਬਣਾਏ, ਜਿਹੜੇ ਸਭ ਤੋਂ ਮਹਿੰਗੀ ਕਥਾ ਅੰਮ੍ਰਿਤ ਬਾਣੀ ਦੀ, ਵਸ ਜਾਣਗੇ ਮਨ 'ਚ। ਕਿਉਂਕਿ ਸੌਖਾ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਇਹ ਸਾਰੇ ਆਕਾਰ ਹੁਕਮ ਵਿੱਚ ਹੁੰਦੇ ਨੇ ਪੈਦਾ, ਤੇ ਹੁਕਮ ਉਹਦਾ ਕਿਹਾ ਨਹੀਂ ਜਾ ਸਕਦਾ। ਸੌਖਾ ਜਿਹਾ ਅਰਥ। ਇਸ ਤਰ੍ਹਾਂ ਅਰਥ ਜਦੋਂ ਸ਼ਰਵਣ ਕੀਤੇ ਸੰਗਤ ਨੇ ਜਾਪ ਸਾਹਿਬ ਦੇ, ਖਾਸ ਕਰਕੇ USA 'ਚ ਇੱਕ ਫਰੀਮਾਉਂਟ ਰੇਡੀਓ ਗੀਤ ਸੰਗੀਤ ਹੈ, ਦੱਸਿਆ ਕਥਾ ਵਿੱਚ ਵੀ। ਉੱਥੇ ਸਾਰੀ ਕਥਾ ਇੱਕ ਵਾਰ ਸਾਰੀ ਸੰਗਤ ਸ਼ਰਵਣ ਕਰ ਚੁੱਕੀ। ਸਾਰੇ ਅਰਥ ਇੱਕ ਵਾਰ ਸਾਰਿਆਂ ਨੇ ਸ਼ਰਵਣ ਕੀਤੇ ਨੇ। ਜਦੋਂ ਅਸੀਂ ਗੀਤ ਸੰਗੀਤ ਰੇਡੀਓ 'ਤੇ ਇਹ 7 ਘੰਟੇ ਲੜੀਵਾਰ ਕਥਾ ਚਲਾਈ, 7 ਕਥਾ ਚਲਾਈਆਂ, ਸਾਰੀਆਂ 7 ਬਾਣੀਆਂ ਦੀਆਂ। ਮੈਨੂੰ ਕਈ ਸੱਜਣਾਂ ਦੇ ਫੋਨ ਆਏ, ਪੜ੍ਹਿਆਂ ਲਿਖਿਆਂ ਦੇ। ਉਹ ਕਹਿੰਦੇ ਪਹਿਲਾਂ ਅਸੀਂ ਜਾਪ ਸਾਹਿਬ ਦਿਲੋਂ ਨਹੀਂ ਸੀ ਪੜ੍ਹਦੇ, ਜਾਂ ਅਸੀਂ ਛੱਡ ਹੀ ਜਾਂਦੇ ਸੀ ਵੀ ਇਹ ਕੀ ਲਿਖਿਆ, ਸਮਝ ਤਾਂ ਪੈਂਦਾ ਨਹੀਂ।
ਕਿਉਂਕਿ ਇਹ ਕੁਦਰਤੀ ਹੈ, ਦੱਸਣ ਦਾ ਇੱਕ ਢੰਗ ਹੁੰਦਾ। ਇੰਨੇ ਸਾਲਾਂ ਵਿੱਚ ਇੰਨੀ ਇਹੀ ਚੀਜ਼ਾਂ ਸਿੱਖੀਆਂ ਕੀਤੀਆਂ। ਜਦੋਂ ਸੰਗਤ ਨੂੰ ਦੱਸਿਆ ਕਿ ਭਾਈ ਆਹ ਅਰਥ ਇਸ ਤਰ੍ਹਾਂ ਹੁੰਦਾ, ਜਿਵੇਂ ਆ ਲੇਖ ਹੈ, ਆ ਭੇਖ ਹੈ, ਉਹ ਦੱਸਿਆ ਇਹ ਚੀਜ਼, ਆ ਲੇਖ, ਆ ਭੇਖ ਹੈ, ਆ ਜਿਵੇਂ ਇੰਗਲਿਸ਼ ਵਿੱਚ ਅਨ ਅੱਖਰ ਆਉਂਦਾ, ਇਸੇ ਤਰ੍ਹਾਂ ਹੀ ਇੱਥੇ ਆਉਂਦਾ ਆ ਲੇਖ ਹੈ, ਲੇਖਿਆਂ ਤੋਂ ਆ ਰਹਿਤ ਹੈ, ਆ ਭੇਖ ਹੈ, ਭੇਖ ਤੋਂ ਰਹਿਤ ਹੈ, ਆ ਗੰਜ ਹੈ, ਗੰਜ ਹੁੰਦਾ ਕੱਟਣਾ, ਕੱਟਣ ਤੋਂ ਰਹਿਤ ਹੈ, ਆ ਭੰਜ ਹੈ, ਭੰਜ ਹੁੰਦਾ ਭੰਨਣਾ, ਤੇ ਆ ਭੰਜ ਭੰਜਣ ਤੋਂ ਰਹਿਤ ਹੈ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਜਾਪ ਸਾਹਿਬ ਦੇ ਜਦੋਂ ਅਰਥ ਸ਼ਰਵਣ ਕੀਤੇ, ਉਹ ਕਹਿੰਦੇ ਵੀ ਹੁਣ ਬਹੁਤ ਆਨੰਦ ਆਉਂਦਾ ਸਾਨੂੰ, ਕਿਉਂਕਿ ਇੰਨੇ ਸੋਹਣੇ ਅਰਥ ਔਰ ਇੰਨੀ ਅਕਾਲ ਪੁਰਖ ਦੀ ਉਸਤਤ ਕੀਤੀ ਹੋਈ ਹੈ। ਸਵਈਏ ਜਦੋਂ ਸੁਣੇ, ਕਹਿੰਦੇ ਬੜਾ ਬਰਾਗ ਹੈ ਇਹਨਾਂ ਵਿੱਚ ਤਾਂ, ਇੱਤੇ ਭਏ ਤੋਂ ਕਹਾਂ ਭਏ ਭੂਪ ਤੰਤ ਕੋ ਨਾਂਗੇ ਹੀ ਪਾਏ ਪਧਾਰੇ। ਚੌਪੀ ਸਾਹਿਬ ਦੇ ਅਰਥਾਂ ਵਿੱਚ ਬਹੁਤ ਸਾਰੀਆਂ ਗੱਲਾਂ ਸੀ ਜਿਹੜੀਆਂ ਆਮ ਬੰਦੇ ਨੂੰ ਸਮਝ ਨਹੀਂ ਲੱਗਦੀਆਂ, ਉਹ ਸਾਰੀਆਂ ਖੋਲਤੀਆਂ। ਇਹਦਾ ਭਾਵ ਹੈ ਆਨੰਦ ਸਾਹਿਬ ਦੇ ਵਿੱਚ ਬਹੁਤ ਕੁਝ ਖੋਲਿਆ। ਸੋ ਇਸ ਕਰਕੇ ਬਹੁਤ ਸਾਰੇ ਲੋਕ ਕਿੰਤੂ ਪ੍ਰੰਤੂ ਤਾਂ ਕਰਦੇ ਨੇ, ਪਰ ਮਹਾਰਾਜ ਕਹਿੰਦੇ ਹਰ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ, ਵਜਾਇਆ ਬਾਜਾ ਪਾਉਣ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਗੁਰਦੁਆਰਾ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਬਹੁਤ ਸਾਰੇ ਲੋਕ ਮੇਰੇ ਤੇ ਵੀ ਕਿੰਤੂ ਜਾਂ ਮੈਨੂੰ ਕਹਿਣਗੇ ਇਹ ਗੱਲਾਂ ਮਾਰਦਾ। ਜਦੋਂ ਮੈਂ ਸਾਰਿਆਂ ਮਹਾਤਮਾ ਦੀ ਸੰਗਤ ਕੀਤੀ ਆ, ਔਰ ਮੈਂ ਤੁਹਾਨੂੰ ਦੱਸਿਆ ਮੈਂ ਤੇਲ ਮਾਰਨ ਲੱਗਿਆ, ਤੇ ਮੈਨੂੰ ਉਹਨਾਂ ਨੇ ਆਪ ਦੱਸਿਆ ਵੀ ਇਹ ਖੁੱਲਿਆ ਹੋਇਆ ਕੰਮ ਹੁਣ। ਆਹ ਹੁਣ ਵੀ ਬਹੁਤ ਬੈਠੇ ਨੇ ਪ੍ਰੇਮੀ, ਐਸੇ ਐਸੇ ਗੁਰਮੁਖ ਬੈਠੇ ਨੇ ਕਿ 24 ਘੰਟੇ ਸਮਾਧੀ 'ਚ ਹੀ ਰਹਿੰਦੇ ਨੇ, ਕਿਤੇ ਹੀ ਅੱਖਾਂ ਖੋਲਦੇ ਨੇ, ਮਾੜਾ ਮੋਟਾ ਪ੍ਰਸ਼ਾਦਾ ਅੱਧਾ ਕੁ ਛਕਣਾ, ਬਸ ਫੇਰ ਲੰਮੇ ਪੈਣਾ ਤਾਂ ਵੀ ਸਮਾਧੀ 'ਚ ਹੀ ਨੇ, ਜੇ ਬੈਠੇ ਤਾਂ ਵੀ ਸਮਾਧੀ 'ਚ ਹੀ ਨੇ। ਹੁਣ ਲੋਕੀ ਕਹਿਣਗੇ ਸਾਨੂੰ ਮਿਲਾ, ਇਹ ਖਿਡਾਉਣਾ ਨਹੀਂਗਾ। ਮੈਂ ਸਿਰਫ ਇੰਨਾ ਦੱਸ ਸਕਦਾ, ਬਹੁਤ ਕਿਰਪਾ ਹੁੰਦੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹਨ ਨਾਲ। ਤੁਸੀਂ ਇਸ ਵਕਤ ਮੈਂ ਸਾਰਿਆਂ ਨੂੰ ਇਹ ਕਹਿੰਦੇ ਭਟਕੇ ਜੇ ਹੋਏ ਹੋ, ਭਟਕੇ ਜੇ ਐਵੇਂ ਥਾਂ ਥਾਂ ਉੱਥੇ ਉੱਥੇ ਉੱਥੇ। ਸਤਿਗੁਰ ਸੱਚਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਸਾਡੀ ਕੌਮ ਉਹ ਨਕਲੀ ਗੁਰੂਆਂ ਵੱਲ ਭੱਜੀ ਹੋਈ ਹੈ। ਮੈਂ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਰੇ ਬਾਣੀ ਕੀ ਲਿਖਦੀ ਹੈ? ਗੁਰੂ ਸਾਹਿਬ ਕੀ ਕਹਿੰਦੇ? ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤੇ ਜੇ ਬੜਾ ਵਰਨਾ ਕੋਏ। ਸਾਧ ਸੰਗਤ ਵਿਸ਼ਵਾਸ ਕਰੋ। ਤੁਸੀਂ ਕਹਿੰਦੇ ਹੋ ਅਸੀਂ ਰੱਬ ਦੇਖਣਾ, ਮੈਂ ਕਹਿੰਦਾ ਰੱਬ ਸਾਹਮਣੇ। ਗੁਰੂ ਗ੍ਰੰਥ ਸਾਹਿਬ ਰੱਬ ਹੈ, ਨਿਰੰਕਾਰ ਹੈ, ਪਰਮੇਸ਼ਰ ਹੈ। ਗੁਰੂ ਨਾਨਕ, ਗੁਰੂ ਅੰਗਦ ਦੇਵ, ਗੁਰੂ ਗੋਬਿੰਦ ਸਿੰਘ ਮਹਾਰਾਜ ਕੋਈ ਆਕਾਰ ਨਹੀਂ ਹੈ, ਉਹ ਤਾਂ ਇੱਕ ਪ੍ਰਕਾਸ਼ ਹੈ। ਬੜੇ ਬੜੇ ਅਭਿਆਸੀਆਂ ਨੂੰ ਜਦੋਂ ਇਹ ਦਰਸ਼ਨ ਹੁੰਦੇ ਨੇ, ਮੈਂ ਇਹ ਸਾਰੀ ਚੀਜ਼ ਫਿਰ ਬੈਠ ਕੇ ਪੁੱਛਦਾ ਹੁੰਦੇ ਤੇ ਕਿਵੇਂ ਦਰਸ਼ਨ ਹੁੰਦੇ ਨੇ? ਕਹਿੰਦੇ ਪਹਿਲਾਂ ਪ੍ਰਕਾਸ਼ ਹੁੰਦਾ ਇੱਕਦਮ ਬਹੁਤ, ਫਿਰ ਇੱਛਾ ਮੁਤਾਬਕ ਉਹਦੇ 'ਚ ਸਰੂਪ ਬਣਦਾ ਪ੍ਰਕਾਸ਼ ਵਿੱਚੋਂ। ਕੀ ਇੱਛਾ ਕੀਤੀ? ਮੈਨੂੰ ਤਾਂ 9ਵੇਂ ਪਾਤਸ਼ਾਹ ਦਰਸ਼ਨ ਹੋਣ। ਉਹ ਪ੍ਰਕਾਸ਼ ਹੀ 9ਵੇਂ ਪਾਤਸ਼ਾਹ ਬਣ ਜਾਂਦਾ, ਕਿਉਂਕਿ ਮੇਰੀ ਭਾਵਨਾ ਇੱਕ ਨਿਰਗੁਣ ਦੇ ਦਰਸ਼ਨ ਚਾਹੁੰਦੇ ਨੇ, ਇੱਕ ਸਰਗੁਣ ਦੇ ਦਰਸ਼ਨ ਚਾਹੁੰਦੇ ਨੇ, ਪਰ ਅਸਲ ਵਿੱਚ ਸਾਨੂੰ ਨਿਰਗੁਣ ਦਾ ਹੀ ਦਰਸ਼ਨ ਠੀਕ ਹੈ। ਸਰਬ ਵਿਆਪਕ ਪਰਿਪੂਰਨ ਜੋਤ। ਜਦੋਂ ਮਹਾਂਪੁਰਖਾਂ ਨੇ ਹਜੂਰ ਸਾਹਿਬ, ਅਸੀਂ 1975 'ਚ ਉੱਥੇ ਵੱਡਿਆਂ ਸੰਤਾਂ ਦੀ ਕਿਰਪਾ ਨਾਲ ਰਹੇ। ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਕਿਹਾ ਜੇ ਕਿਸੇ ਨੇ ਭਾਈ ਅਭਿਆਸ ਕਰਨਾ ਰਹਿ ਲਓ ਇੱਥੇ। ਉਦੋਂ ਕਾਫੀ ਪਾਠ ਉੱਥੇ ਸਾਰਿਆਂ ਨੇ ਕੀਤੇ। ਬਾਬਾ ਜਰਨੈਲ ਸਿੰਘ ਜੀ ਖਾਲਸਾ ਦੇ ਦਰਸ਼ਨ ਹੋਏ 10ਵੇਂ ਪਾਤਸ਼ਾਹ ਦੇ, ਮਾਤਾ ਸਾਹਿਬ ਕੌਰ ਦੇ। ਇਹ ਪਹਿਲਾਂ ਹੀ ਮੈਂ ਕਥਾ 'ਚ ਦੱਸਿਆ ਹੋਇਆ, ਕਿਉਂਕਿ ਗੱਲ ਜਦੋਂ ਆਉਂਦੀ ਸਾਹਮਣੇ ਤਾਂ ਉਹ ਮੈਨੂੰ ਕਰਨੀ ਪੈਂਦੀ ਹੈ। 3 ਮਹੀਨਿਆਂ ਬਾਅਦ ਮੈਨੂੰ ਆ ਕੇ ਦੱਸਿਆ ਸੀ, ਕਹਿੰਦੇ ਇਸ ਤਰ੍ਹਾਂ ਹੋਇਆ ਸੀ। ਮੈਂ ਉਲਟਾ ਇਤਰਾਜ਼ ਕੀਤਾ, ਮੈਂ ਕਿਹਾ ਤੁਸੀਂ ਸਾਨੂੰ ਦੱਸਿਆ ਹੀ ਨਹੀਂਗਾ, ਅਸੀਂ ਵੀ ਤੁਹਾਡੇ ਨਾਲ ਹੀ ਸੀਗੇ। ਕਹਿੰਦੇ ਉਦੋਂ ਫਿਰ ਤਾਜ਼ਾ ਨਹੀਂ ਦੱਸਿਆ ਗਿਆ ਮੈਥੋਂ। ਸੋ ਉਸ ਵਕਤ ਮੈਂ ਕਿਹਾ ਮਹਾਰਾਜ ਤੋਂ ਕੀ ਮੰਗਿਆ?
ਕਹਿੰਦੇ ਮੈਂ ਮਹਾਰਾਜ ਤੋਂ ਮੰਗਿਆ ਮੈਨੂੰ ਅਬਿਨਾਸੀ ਦਰਸ਼ਨ ਬਖਸ਼ੋ। ਹੁਣ ਅਸੀਂ ਨਿਆਣੇ ਸੀ, ਅਸੀਂ ਪਹਿਲੀ ਵਾਰ ਇਹ ਅਬਿਨਾਸੀ ਦਰਸ਼ਨ ਕੀ ਹੋਏ, ਬਾਕੀ ਤਾਂ ਸਾਨੂੰ ਚਲੋ ਪਤਾ। ਕਹਿੰਦੇ ਅਬਿਨਾਸੀ ਦਰਸ਼ਨ ਹੁੰਦੇ ਨੇ ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ, ਕਿਣਕੇ ਕਿਣਕੇ 'ਚ ਉਹਦਾ ਪ੍ਰਕਾਸ਼ ਦੇਖਣਾ, ਮਿੱਟੀ ਦੇ ਕਿਣਕੇ ਵਿੱਚ ਵੀ ਉਹਦਾ ਜਰਰਾ ਜਰਰਾ ਦੇਖਣਾ ਤਾਂ ਪ੍ਰਕਾਸ਼ ਦੇਖਣਾ, ਅਸਮਾਨ ਵਿੱਚ, ਦਰਖਤਾਂ ਵਿੱਚ, ਪਸ਼ੂਆਂ ਵਿੱਚ, ਪੰਛੀਆਂ ਵਿੱਚ, ਵਿਆਪਕ ਵਿੱਚ, ਹਰ ਥਾਂ ਪ੍ਰਕਾਸ਼। ਕਹਿੰਦੇ ਬਚਨ ਹੋਇਆ ਮਹਾਰਾਜ ਦਾ, ਕਹਿੰਦੇ ਕੋਈ ਨਹੀਂ ਹੋ ਜੂ ਭਾਈ ਜਰਨੈਲ ਸਿੰਘ, ਹੋ ਜੂ, ਸਮਾਂ ਲੱਗੂ ਹਲੇ ਥੋੜਾ ਜਿਹਾ। ਜਦੋਂ 1980 'ਚ ਅਸੀਂ ਕਲੇਰਾਂ ਤੋਂ ਆ ਰਹੇ ਸੀ, ਕਲੇਰਾਂ ਵਾਲੇ ਮਹਾਂਪੁਰਖਾਂ ਦੇ ਸਥਾਨ ਤੇ ਜਾ ਕੇ ਆਏ ਸੀ, ਉਸ ਵਕਤ ਰਸਤੇ ਵਿੱਚ ਮੈਨੂੰ ਇਹ ਫਿਰ ਦੱਸਿਆ 1980 'ਚ ਮੇਰੇ ਕੰਨ ਵਿੱਚ, ਕਹਿੰਦੇ ਉਹ ਗੱਲ ਬਣ ਗਈ। ਮੈਂ ਕਿਹਾ ਕਿਹੜੀ? ਕਹਿੰਦੇ ਜਿਹੜੇ 10ਵੇਂ ਪਾਤਸ਼ਾਹ ਨੇ ਕਿਹਾ ਅਬਿਨਾਸੀ ਦਰਸ਼ਨ ਹੋ ਜਾਣਗੇ, ਕੋਈ ਨਹੀਂ। ਕਹਿੰਦੇ ਹੁਣ ਮੈਨੂੰ ਸਾਰੇ ਜਰਰੇ ਜਰਰੇ ਵਿੱਚ ਪ੍ਰਕਾਸ਼ ਹੀ ਦਿਖਦਾ, ਬਸ ਇਤਨੀ ਕਿਰਪਾ ਹੋ ਗਈ ਮਹਾਰਾਜ ਦੀ। ਮੈਂ ਵਧਾਈਆਂ ਦਿੱਤੀਆਂ ਸਭ ਕਾ, ਮੈਂ ਕਿਹਾ ਵਧਾਈਆਂ, ਮੈਂ ਸਾਡਾ ਵੀ ਖਿਆਲ ਰੱਖਿਓ। ਮੈਂ ਕਿਹਾ ਅਸੀਂ ਤਾਂ ਤੁਹਾਡੇ ਨਾਲ ਗਏ, ਮੈਂ ਕਿਹਾ ਸਾਨੂੰ ਤਾਂ ਤੁਸੀਂ ਉੱਦਾਂ ਹੀ ਉੱਥੇ ਬਿਠਾ ਲਿਆ, ਨਾ ਕੋਈ ਦਰਸ਼ਨ ਨਾ ਪਰਸ਼ਨ। ਕਹਿੰਦੇ 100 ਪਾਠ ਕੀਤਾ ਰੋਜ਼, ਕੋਈ ਫਲ ਤਾਂ ਮਿਲੂਗਾ ਹੀ, ਕਦੇ ਤਾਂ ਮਿਲੂਗਾ ਹੀ। ਕਹਿੰਦੇ ਹੁਣ ਤੁਸੀਂ ਮੇਰੀ ਰੀਸ ਨਾ ਕਰੋ। ਮੈਂ ਚਲੋ ਮੰਨ ਲੈਂਦੇ ਹਾਂ, ਕਦੇ ਤਾਂ ਕਿਰਪਾ ਹੋਊਗੀ ਹੋਈ। ਸੋ ਇਸ ਕਰਕੇ ਸਾਧ ਸੰਗਤ, ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਬਾਣੀ ਹੈ, ਧੁਰ ਕੀ ਬਾਣੀ ਹੈ, ਮੈਂ ਤਾਂ ਬਚਨ ਕਰਦਾ ਇਹ ਸੰਗਤ ਨਾਲ ਕਿ ਮੇਰੇ ਕੋਲ ਕੋਈ ਝੂਠ ਤੂਫਾਨ ਜਾਂ ਇੱਧਰੋਂ ਉੱਧਰੋਂ ਕੀਤੀਆਂ ਇਕੱਠੀਆਂ ਗੱਲਾਂ ਨਹੀਂ ਗਈਆਂ। ਮੇਰੇ ਕੋਲ ਸਾਰਾ ਇਹ ਪ੍ਰੈਕਟੀਕਲੀ ਹੋਈ ਹੈ ਸਭ ਕੁਛ। ਔਰ ਮਹਾਰਾਜ ਦੀ ਕਿਰਪਾ ਇਸ ਵਕਤ ਮੇਰਾ ਅਨੁਮਾਨ ਹੈ, ਮੈਂ ਪੰਥ ਵਿੱਚ 10,000 ਬੰਦਾ ਬੈਠਾ ਜਿਹੜਾ ਉੱਚ ਅਵਸਥਾ ਦਾ ਮਾਲਕ ਹੈ। ਔਰ ਜਦੋਂ ਅਸੀਂ ਤੁਹਾਡੇ ਵਿੱਚ ਬਹਿ ਕੇ ਤਾਂ ਮੈਂ ਡਰਦਾ ਡਰਦਾ ਗੱਲ ਕਰਦਾ, ਕਿਉਂ ਪਤਾ ਨਹੀਂ ਕਿਹਨੇ ਕਿੱਥੋਂ ਤੀਰ ਛੱਡ ਦੇਣਾ, ਕਿੰਤੂ ਪਰੰਤੂ ਖੜਾ ਕਰ ਦੇਣਾ ਮੇਰੇ ਲਈ। ਬੜੇ ਬੈਠੇ ਹੁੰਦੇ ਨੇ, ਇਹੀ ਕਈ ਤਾਂ ਸੁਣ ਨਹੀਂ ਆਏ ਕੀ ਕਹਿੰਦਾ, ਕਿਉਂਕਿ ਉਹਨਾਂ ਦੀ ਆਪਣੀ ਬੁੱਧੀ ਬੜੀ ਤੁੱਛ ਜੀ ਹੁੰਦੀ, ਉਹਨਾਂ ਕਦੇ ਸੁਣਿਆ ਹੀ ਨਹੀਂ ਹੁੰਦਾ ਇਹ ਕੁਛ। ਪਰ ਜਦੋਂ ਅਸੀਂ ਅਭਿਆਸੀਆਂ 'ਚ ਬੈਠਦੇ ਹਾਂ ਕਿਤੇ, ਉੱਥੇ ਬੈਠੇ ਨਜ਼ਾਰਾ ਦੇਖੋ, 5-4 ਜਦੋਂ ਇਕੱਠੇ ਬੈਠਦੇ ਹਾਂ, ਪਤਾ ਨਹੀਂ ਲੱਗਦਾ। ਫਿਰ ਸਵੇਰ ਤੋਂ ਲੈ ਕੇ ਰਾਤ ਤੱਕ ਬੈਠੇ, ਫਿਰ ਰੋਟੀ ਰੂਟੀ ਸਭ ਭੁੱਲ ਜਾਂਦੀ ਹੈ। ਇੰਨਾ ਸਰੂਰ ਚੜ੍ਹਦਾ ਉਸ ਵਕਤ। ਕੈਨੇਡਾ 'ਚ ਵੀ ਹੈਗੇ ਨੇ, ਅਮਰੀਕਾ 'ਚ ਵੀ ਹੈਗੇ ਨੇ ਅਭਿਆਸੀ ਤਕੜੇ ਤਕੜੇ, ਇੰਗਲੈਂਡ ਵਿੱਚ ਵੀ ਬੈਠੇ ਨੇ। ਇਹ ਕੁਦਰਤੀ ਗੱਲ ਹੈ, ਸ਼ਰਾਬੀ ਨੂੰ ਸ਼ਰਾਬੀ ਮਿਲ ਹੀ ਪੈਂਦਾ ਕਿਤੇ ਨਾ ਕਿਤੇ। ਅੰਨੇ ਨੂੰ ਕਹਿੰਦੇ ਕਾਣਾ 100 ਕੋਹ ਦਾ ਵਲ ਪਾ ਕੇ ਮਿਲ ਹੀ ਪੈਂਦਾ। ਇਹ ਕੁਦਰਤੀ ਗੱਲ ਹੈ ਵੀ ਜਿਹਾ ਜਿਹਾ ਬੰਦਾ ਹੁੰਦਾ ਉਹ ਜਿਹਾ ਉਹਨੂੰ ਮਿਲ ਹੀ ਪੈਂਦਾ। ਇਹ ਮਹਾਰਾਜ ਦੀ ਕੁਛ ਕਿਰਪਾ ਹੀ ਹੈ। ਜਦੋਂ ਅਸੀਂ ਮੂਲ ਮੰਤਰ ਦਾ ਅਭਿਆਸ ਕਰਦੇ ਸੀ, ਮੈਂ ਹਰੇਕ ਮਾਲਾ ਦੇ ਸਮਾਪਤੀ ਤੇ ਪੜ੍ਹਦਾ ਸੀ ਸ਼ਲੋਕ, ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ, ਜਾਚਕ ਜਨ ਜਾਚੈ ਪ੍ਰਭਦਾਨ ਕਰ ਕਿਰਪਾ ਦੀਜੈ ਹਰ ਨਾਮ, ਸਾਧ ਜਨਾ ਕੀ ਮੰਗੋਂ ਧੂਰ, ਪਾਰ ਬ੍ਰਹਮ ਮੇਰੀ ਸਰਦਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਵੋਂ, ਸਾਸ ਸਾਸ ਪ੍ਰਭ ਤੁਮੈ ਧਿਆਵੋਂ, ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ, ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ। ਇਹ ਹਰੇਕ ਮਣਕੇ ਤੇ ਜਾ ਕੇ ਅਖੀਰ ਤੇ ਕਹਿਣਾ। ਗੁਰੂ ਸਾਹਿਬ ਨੇ ਇਹੀ ਜਿਹੀ ਕਿਰਪਾ ਕੀਤੀ, ਦੁਨੀਆ ਦੇ ਜਿਤਨੇ ਬ੍ਰਹਮ ਗਿਆਨੀ ਪਿੱਛੇ ਹੋਏ ਨੇ 74 ਤੋਂ ਲੈ ਕੇ, ਬ੍ਰਹਮ ਗਿਆਨੀ ਦੇ ਦਰਸ਼ਨ ਤਾਂ ਖੈਰ ਮੈਨੂੰ ਪਹਿਲਾਂ ਹੀ ਸ਼ੁਰੂ ਹੋ ਗਏ ਸੀ, ਬੜੀ ਕਿਰਪਾ ਰਹੀ। ਬਾਅਦ ਵਿੱਚ ਹੁਣ ਵੀ ਇਹੀ ਜਿਹੀ ਕਿਰਪਾ ਮਹਾਰਾਜ ਦੀ ਹਮੇਸ਼ਾ ਅਭਿਆਸੀਆਂ ਦੀ ਸੰਗਤ ਦਿੰਦਾ ਵਾਹਿਗੁਰੂ। ਔਰ ਮੇਰੀ ਜ਼ਿੰਦਗੀ ਦਾ ਹਰ ਨਵਾਂ ਤਜਰਬਾ ਰੋਜ਼ ਹੁੰਦਾ। 10-10 ਤਜਰਬੇ ਕਈ ਵਾਰ ਦਿਹਾੜੀ 'ਚ ਹੋ ਜਾਂਦੇ ਨੇ। ਕੋਈ ਨਾ ਕੋਈ ਫੋਨ ਆ ਜਾਂਦਾ, ਆਹ ਹੋ ਗਿਆ, ਹੋ ਗਿਆ, ਹੋ ਗਿਆ, ਹਾਂ ਵੀ ਠੀਕ ਹੈ, ਇਸ ਤਰ੍ਹਾਂ ਹੀ ਹੁੰਦਾ। ਜਦੋਂ ਮੈਂ ਕਈਆਂ ਤੋਂ ਕਈ ਗੱਲਾਂ ਸੁਣਦਾ ਕਿੰਤੂ ਪਰੰਤੂ ਵਾਲੀਆਂ, ਤਾਂ ਮੈਨੂੰ ਦੁੱਖ ਤਾਂ ਬਹੁਤ ਹੁੰਦਾ ਵੀ ਇਹਨੂੰ ਹੁਣ ਸਮਝਾਵਾਂ ਕਿੱਦਾਂ। ਮੈਂ ਮਹਾਰਾਜ ਅੱਗੇ ਅਰਦਾਸ ਵੀ ਕਰਦਾ, ਮਹਾਰਾਜ ਮੈਨੂੰ ਵੀ ਥੋੜ੍ਹਾ ਜਿਹਾ ਕਰ ਦਿਓ ਹੁਣ ਕਿਰਪਾ, ਇੰਨੀ ਕੁ ਕਿਰਪਾ ਕਰ ਦਿਓ ਜਿਹੜਾ ਆ ਕੇ ਮੂਹਰੇ ਬੋਲੇ ਨਾ ਉਹਨੂੰ ਉਸੇ ਟਾਈਮ ਦਿਖਾ ਦਿਆਂ। ਮਹਾਰਾਜ ਨਹੀਂ ਮੰਨਦੇ, ਕਹਿੰਦੇ ਕਥਾ ਬੰਦ ਹੋ ਜੂਗੀ ਜੇ ਤੈਨੂੰ ਸੁਰਤੀ ਲਾਤੀ ਤੇਰੀ, ਤੂੰ ਕਥਾ ਨਹੀਂ ਕਰਨੀ। ਫਿਰ ਚਲੋ 7 ਵਚਨ ਜੀ ਕਥਾ ਦੀ ਡਿਊਟੀ ਜੋ ਲੱਗੀ ਹੋਈ ਹੈ।
ਇਹ ਮੈਂ ਵੀ ਦੇਖਿਆ। ਕਥਾ ਵਿੱਚ ਮੇਰੀ 2 ਵਾਰ ਸਮਾਧੀ ਲੱਗੀ ਆ। ਲੜੀਵਾਰ ਜਦੋਂ ਚੱਲਦੀ ਨਾ ਕਥਾ, ਆ ਹੁਣ ਤਾਂ ਮੈਂ ਪ੍ਰਚਾਰ ਹੀ ਕਰ ਰਿਹਾ। ਪਟਿਆਲੇ ਇੱਕ ਵਾਰ ਬੰਬੇ ਆਈ, ਸਮਾਧੀ ਜੁੜ ਗਈ ਕਥਾ 'ਚ ਹੀ। ਕਿਉਂਕਿ ਉਹ ਅਰਥ ਹੀ ਜਦੋਂ ਮਹਾਰਾਜ ਦੇ ਕਰਦੇ, ਅਰਥਾਂ ਨਾਲ ਹੀ ਮਨ ਜੁੜ ਜਾਂਦਾ। ਮੈਂ ਔਲਾ ਬੌਲਾ ਜਿਹਾ ਬੋਲਣ ਲੱਗ ਗਿਆ, ਬੜੀ ਮੁਸ਼ਕਲ ਨਾਲ ਸਿਰ ਹਿਲਾ ਕੇ ਸਮਾਧੀ ਤੋੜੀ। ਫਿਰ ਇੱਕ ਅਭਿਆਸੀ ਮੇਰੇ ਸਾਹਮਣੇ ਬੈਠਦਾ ਹੁੰਦਾ ਸੀ, ਕਹਿੰਦਾ ਭਾਈ ਸਾਹਿਬ ਅੱਜ ਕਿੱਥੇ ਚਲੇ ਗਏ ਸੀ? ਮੈਂ ਕਿਹਾ ਬਸ ਬਰਾਗ ਆ ਗਿਆ ਮਨ 'ਚ, ਧਿਆਨ ਹੀ ਲੱਗ ਗਿਆ। ਤਾਂ ਹੀ ਚੀਜ਼ਾਂ ਇਹ ਦੱਸਣੀਆਂ ਨਹੀਂ ਚਾਹੀਦੀਆਂ। ਹੁਣ ਇਹ ਤੇ ਫਿਰ ਕਿਸੇ ਨੇ ਕਿੰਤੂ ਕਰ ਦੇਣਾ, ਕੋਈ ਮਖੌਲ ਕਰੂਗਾ ਮੈਨੂੰ। ਪਰ ਚਲੋ ਉਹ ਤਾਂ ਇੱਕ ਦੋ ਤਾਂ ਕੋੜਕੂ ਮੋਟ ਹੁੰਦੇ ਹੀ ਹੁੰਦੇ, ਚਾਹੇ ਜਿੰਨੀ ਮਰਜ਼ੀ ਦਾਲ ਉਬਾਲ ਲਓ ਤੁਸੀਂ। 2 ਕੋੜਕੂ 5 ਕੋੜਕੂ ਤਾਂ ਮਿਲਣੇ ਹੀ ਮਿਲਣੇ ਆਪਾਂ ਨੂੰ। ਪਰ ਮੈਂ ਵੀ ਉਹਨਾਂ ਦੀ ਪਰਵਾਹ ਨਹੀਂ ਕਰਦਾ ਬਾਹਲੀ, ਕਿਉਂਕਿ ਮੇਰੀ ਤਾਂ ਹੁਣ ਜ਼ਿੰਦਗੀ ਲੰਘ ਗਈ ਆ। ਜੇ ਮਹਾਰਾਜ ਨਾਲ ਜਦ ਮਹਾਂਪੁਰਖਾਂ ਨਾਲ ਬਚਨ ਕਰੀਏ, ਇੱਦਾਂ ਕਹਿੰਦੇ ਉਹ ਕਹਿੰਦੇ ਹਾਥੀ ਨਹੀਂ ਤੁਰਦਾ ਮਸਤ ਚਾਲ, ਤੇ ਕੁੱਕਰ ਭੌਂਕਦੇ ਹੀ ਰਹਿੰਦੇ ਹੁੰਦੇ ਆ। ਹਾਥੀ ਨੂੰ ਕੀ ਫਰਕ ਪੈਂਦਾ? ਮਹਾਰਾਜ ਵੀ ਕਹਿ ਦਿੰਦੇ ਆ ਬਚਨ, ਬਾਲਾ ਨਹੀਂ ਸੋਚੀਦਾ ਹੁੰਦਾ। ਇਹੋ ਜਿਹੇ ਬਥੇਰੇ ਸਾਡੇ ਟਾਈਮ ਵੀ ਮਹਾਰਾਜ ਕਹਿੰਦੇ ਹੋਏ ਨੇ, ਪਹਿਲੇ ਪਾਤਸ਼ਾਹ ਵੇਲੇ ਵੀ ਹੋਏ ਨੇ। ਪੁੱਠੇ ਸਿੱਧੇ ਬੋਲਣ ਵਾਲੇ ਬਥੇਰੇ ਹੁੰਦੇ ਨੇ, ਪਰ ਆਪਾਂ ਉਹਨਾਂ ਨੂੰ ਛੱਡ ਕੇ ਸਾਰੀ ਸੰਗਤ ਦਾ ਦੇਖਣਾ, ਸੰਗਤ ਦੀ ਸ਼ਰਧਾ ਬੁਝਾਉਣੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਅੰਮ੍ਰਿਤ ਤੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਇਹ ਅਵਸਥਾ ਬਣਦੀ ਆ। ਹੁਣ ਜਿਹੜੇ ਬੰਦੇ ਕਹਿੰਦੇ ਨੇ ਇਹ ਅਵਸਥਾ ਨਹੀਂ ਬਣਦੀ, ਮੈਂ ਉਹਨਾਂ ਨੂੰ ਵੀ ਇਹ ਬੇਨਤੀ ਕਰਾਂ, ਚਲੋ ਤੁਸੀਂ ਕੌੜਾ ਘੁੱਟ ਭਰ ਕੇ 2-3 ਕੁ ਮਹੀਨੇ ਲਗਾਤਾਰ ਸੁਖਮਨੀ ਸਾਹਿਬ ਦੇ 5 ਪਾਠ ਕਰ ਲਓ, ਜਾਂ ਜਪਜੀ ਸਾਹਿਬ ਦੇ 25 ਕੁ ਪਾਠ ਕਰ ਲਓ, ਜਾਂ ਮੂਲ ਮੰਤਰ ਦੀਆਂ ਮਾਲਾ ਕਰਕੇ ਦੇਖ ਲਓ। ਤੁਸੀਂ ਕਦੇ ਗੁਰੂ ਗ੍ਰੰਥ ਸਾਹਿਬ ਤੋਂ ਮੰਗਿਆ ਹੀ ਨਹੀਂ ਕਿ ਮਹਾਰਾਜ ਮੈਨੂੰ ਪ੍ਰਕਾਸ਼ ਬਖਸ਼ੋ, ਮੈਨੂੰ ਵੀ ਅਵਸਥਾ ਦਿਓ। ਲੋਕ ਕਹਿੰਦੇ ਨੇ, ਜੇ ਆਪਾਂ ਮਹਾਰਾਜ ਦੇ ਅੱਗੇ ਬੇਨਤੀ ਕਰਾਂਗੇ, ਮਹਾਰਾਜ ਕਿਰਪਾ ਕਰਨਗੇ। 6ਵੇਂ ਪਾਤਸ਼ਾਹ ਵੇਲੇ ਦੀ ਸਾਖੀ ਸਭ ਨੂੰ ਪਤਾ। ਪੰਡਿਤ ਨਿਤਾਨੰਦ ਬਟਾਲੇ ਦੇ ਰਹਿਣ ਵਾਲਾ ਕਥਾ ਕਰਦਾ ਹੁੰਦਾ ਸੀ 6ਵੇਂ ਪਾਤਸ਼ਾਹ ਕੋਲੇ, ਸ੍ਰੀ ਹਰਗੋਬਿੰਦਪੁਰ ਸਾਹਿਬ। ਮਹਿਤੇ ਤੋਂ ਅੱਧੇ ਪੌਣੇ ਘੰਟੇ ਦਾ ਰਸਤਾ ਬੱਸ ਨਾਲ ਹੀ। ਪੰਡਿਤ ਨਿਤਾਨੰਦ ਕਥਾ ਕਰਦਾ, ਗੁਰੂ ਸਾਹਿਬ ਕਿਰਪਾ ਕਰਦੇ ਨੇ, ਉਹ ਪ੍ਰਸ਼ਾਦਾ ਛਕ ਰਿਹਾ ਬੈਠਾ, 3-4 ਸਿੰਘ ਬੈਠੇ ਭਾਂਡੇ ਮਾਂਜ ਰਹੇ, ਸਿੱਧੇ ਸਾਦੇ ਜੇ। ਉਸ ਵਕਤ ਜਦੋਂ ਭਾਂਡੇ ਮਾਂਜ ਰਹੇ ਨੇ, ਇੱਕ ਦੂਜੇ ਨੂੰ ਉਹਨਾਂ ਨੇ ਬਚਨ ਕੀਤਾ ਸਿੰਘਾਂ ਨੇ। ਇੱਕ ਕਹਿੰਦਾ ਮੇਰੀ ਤਾਂ ਹੁਣ ਮਹਾਰਾਜ ਦੀ ਕਿਰਪਾ ਹੋ ਗਈ, ਅਵਸਥਾ ਬਣ ਗਈ। ਕਹਿੰਦਾ ਕੀ ਬਣ ਗਈ ਬਈ? ਕਹਿੰਦਾ 4 ਘੰਟੇ 'ਚ ਸੱਚਖੰਡ ਜਾ ਕੇ ਮੁੜ ਆਉਣਾ। ਕਹਿੰਦਾ ਤੇਰੀ? ਕਹਿੰਦਾ ਮੈਂ 2 ਘੰਟੇ 'ਚ। ਇੱਕ ਕਹਿੰਦਾ ਮੈਂ ਘੰਟੇ 'ਚ। ਚੌਥੇ ਨੂੰ ਪੁੱਛਿਆ ਤੂੰ? ਕਹਿੰਦਾ ਅੱਖਾਂ ਬੰਦ ਕਰਦੇ ਸੱਚਖੰਡ ਹੁੰਦੇ ਆ, ਖੋਲ੍ਹਦੇ ਆ ਇੱਥੇ ਹੁੰਦੇ ਆ। ਪੰਡਿਤ ਨਿਤਾਨੰਦ ਸੀ ਉਹੀ ਅੱਜ ਕੱਲ੍ਹ ਵਾਲਾ ਕੋੜਕੂ ਮੋਠ, ਜਿਹੜੇ ਕਿੰਤੂ ਪ੍ਰੰਤੂ ਵਾਲੇ ਅੱਜ ਕੱਲ੍ਹ ਮਸ਼ੀਨੀ ਜੇ ਫਿਰਦੇ ਜਿਹੜੇ ਤੁਰੇ। ਆਓ ਬੜਾ ਲੋਹਾ ਲਾਖਾ। ਲੈ ਗਰੜ ਪੁਰਾਣ 'ਚ ਤਾਂ ਲਿਖਿਆ 12 ਮਹੀਨੇ 'ਚ ਪੁੰਨੀ ਬੰਦਾ ਜਾਂਦਾ ਸਵਰਗਾਂ ਨੂੰ, 16 ਮਹੀਨੇ 'ਚ ਨਰਕਾਂ ਨੂੰ ਜਾਂਦਾ। ਇਹ ਸਿੱਖ ਕਿੱਡਾ ਝੂਠ ਬੋਲਦੇ, ਤੂਫਾਨ ਫੜਿਆ ਨਸੀ। ਉਹ ਬੜਾ ਲੋਹਾ ਲਾਖਾ 6ਵੇਂ ਪਾਤਸ਼ਾਹ ਕੋਲ ਪਹੁੰਚ ਗਿਆ। ਮਹਾਰਾਜ ਮੈਂ ਤਾਂ ਬਹੁਤ ਭਰੋਸਾ ਕਰਦਾ ਸਿੱਖਾਂ ਤੇ, ਪਰ ਸਿੱਖ ਝੂਠ ਬਹੁਤ ਬੋਲਦੇ। ਇਹ ਅੱਜ ਵੀ ਕਹਿੰਦੇ ਸਾਰੇ ਜਾਣੇ ਵੀ ਇਹ ਜਿਹੜਾ ਠਾਕਰ ਸਿੰਘ ਇਹ ਬਹੁਤ ਝੂਠ ਬੋਲਦਾ, ਬਕਵਾਸ ਬੜੀ ਮਾਰਦਾ, ਬੜੀਆਂ ਗੱਲਾਂ ਬੋਲਦੇ। ਮੈਂ ਤਾਂ ਮਹਾਰਾਜ ਨੂੰ ਕਹਿਣਾ, ਮਹਾਰਾਜ ਇਹਨਾਂ ਨੂੰ ਵੀ ਦਿਖਾ ਦਿਓ। ਚੱਲ ਸਾਨੂੰ ਬਾਅਦ 'ਚ ਸਹੀ, 2 ਸ਼ਹੀਦ ਸਿੰਘ ਹੀ ਖੜੇ ਦਿਖਾ ਦਿਓ ਇਹਨਾਂ ਨੂੰ। ਇੱਥੇ ਨਜ਼ਾਰਾ ਤਾਂ ਵੱਜ ਜੇ, ਇੱਕ ਵਾਰੀ ਪਤਾ ਤਾਂ ਲੱਗ ਜੇ। ਵੀ ਇੱਕ ਬਾਹਲਾ ਟਿੰਡਫਿੜ ਜੀ ਕਰਦਾ ਹੁੰਦਾ ਸੀ ਆਨੰਦਪੁਰ ਸਾਹਿਬ, ਉੱਥੇ ਸੰਤੋਖ ਸਿੰਘ ਹੈੱਡ ਗ੍ਰੰਥੀ ਸੀ ਸ਼ਹੀਦਗੰਜ। ਉਹ ਰੋਜ਼ ਹੀ ਆ ਜਾ ਕਰੇ ਕੋੜਕੂ ਮੋਠ ਉਹਦੇ ਕੋਲੇ। ਤੁਸੀਂ ਕਹਿੰਦੇ ਇੱਥੇ ਸ਼ਹੀਦ ਹੋਏ ਸਿੰਘ? ਕਹਿੰਦਾ ਹੋਏ ਨੇ। ਕਹਿੰਦਾ ਤੁਸੀਂ ਕਹਿੰਦੇ ਸ਼ਹੀਦਾਂ ਦਾ ਪਹਿਰਾ ਜੀ ਇੱਥੇ ਆਇਆ, ਮੈਨੂੰ ਸ਼ਹੀਦ ਦਿਖਾਓ। ਹੁਣ ਸ਼ਹੀਦਾਂ ਨੂੰ ਇਉਂ ਕਹਿਣਾ ਮੈਨੂੰ ਦਿਖਾਓ, ਉਹ ਹੋਰ ਚੀਜ਼ ਹੁੰਦੀ ਆ, ਤੇ ਜੇ ਕਹੋ ਵੀ ਦਰਸ਼ਨ ਕਰਨੇ ਆ ਜੀ, ਉਹ ਹੋਰ ਚੀਜ਼ ਹੁੰਦੀ ਆ। ਉਹ ਕਹਿਣ ਲੱਗਾ ਮੈਂ ਕੀ ਕਰ ਸਕਦਾ, ਇੱਥੇ ਰਾਤ ਨੂੰ ਵੇ ਕੇ ਪਾਠ ਕਰ, ਅਰਦਾਸ ਕਰ, ਦਰਸ਼ਨ ਹੋ ਜਾਣਗੇ।
ਉਹ ਰਾਤ ਨੂੰ ਆ ਗਿਆ ਜੀ। ਰਾਤ ਨੂੰ ਬੈਠਾ ਨਾ ਤਰਕਵਾਦੀ ਜਿਹਾ ਹੋ ਕੇ ਮੂਲ ਮੰਤਰ ਕਰੇ, ਕਦੇ ਵਾਹਿਗੁਰੂ ਵਾਹਿਗੁਰੂ ਕਰੇ। ਉਹ ਕਈ ਦਿਨ ਲੰਘਣ ਤੋਂ ਬਾਅਦ ਉਹ 20-20 ਫੁੱਟ ਦੇ ਲੰਬੇ 3 ਨੌਜਵਾਨ ਖੜੇ, ਫਿਰ ਟਾਹਲੀਆਂ ਜਿੱਡੇ ਉੱਚੇ ਉੱਚੇ ਸ਼ਹੀਦ ਸਿੰਘ ਜਦੋਂ ਖੜੇ ਨਜ਼ਰ ਆਏ, ਉਹ ਦੇਖ ਕੇ ਹੀ ਪਾਗਲ ਹੋ ਗਿਆ, ਉਹਨਾਂ ਨੂੰ ਜਰ ਨਹੀਂ ਸਕਿਆ। ਅੱਜ ਵੀ ਉਹ ਬੰਦਾ ਆਨੰਦਪੁਰ ਸਾਹਿਬ ਦੀਆਂ ਗਲੀਆਂ 'ਚ ਪਾਗਲ ਹੋਇਆ ਫਿਰਦਾ। ਇਹ ਲੋਕ ਗੱਲਾਂ ਤਾਂ ਕਰਦੇ ਨੇ, ਹਲੇ ਸਮਾਂ ਨਹੀਂ ਆਇਆ ਹੈ, ਹਲੇ ਹੁਕਮ ਨਹੀਂ ਹੈ ਮਹਾਰਾਜ ਦਾ। ਮੈਂ ਤਾਂ ਰੋਜ਼ ਬੇਨਤੀ ਕਰਦਾ, ਮਹਾਰਾਜ ਜੀ ਕਿਤੇ ਇਹਨਾਂ ਨੂੰ ਵੀ ਦਰਸ਼ਨ ਦੇ ਦਿਓ, ਫੇਰ ਪਤਾ ਲੱਗਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਦਾ ਪਹਿਰਾ ਕਿੰਨਾ ਕੁ ਹੈ। ਸੋ ਇਸ ਪ੍ਰਕਾਰ ਦੇ ਨਾਲ ਸਾਧ ਸੰਗਤ ਸ਼ਹੀਦ ਸਿੰਘ ਜਿਹੜੇ ਨੇ, ਜਾਂ ਮਹਾਰਾਜ ਸੱਚੇ ਪਾਤਸ਼ਾਹ ਨੇ, ਜਾਂ ਉਹਨਾਂ ਦੀ ਪ੍ਰਕਾਸ਼ ਹੈ ਜਾਂ ਜੋਤ ਹੈ, ਸਭ ਕੁਝ ਹੈਗਾ। ਸਤਿਗੁਰ ਬਾਣੀ ਲਿਖਦੇ, ਹੈ ਤਾਂ ਸਹੀ ਲਖੈ ਜੋ ਕੋਈ, ਹੈ ਤਾਂ ਸਹੀ ਆ, ਪਰ ਜੋ ਕੋਈ ਜਾਣ ਨਹੀਂ ਸਕਦਾ ਇਹਨਾਂ ਗੱਲਾਂ ਨੂੰ। ਇਸ ਕਰਕੇ ਬੇਨਤੀ ਕਰਾਂ, ਸਾਰਾ ਕੁਝ ਹੈ, ਸਾਡਾ ਨਿਸ਼ਚਾ। ਮੈਂ ਇੰਨੀ ਕੌਨਫੀਡੈਂਸ ਨਾਲ ਕਿਉਂ ਬੋਲਦਾ? ਔਰ ਮੈਨੂੰ ਇਹ ਵੀ ਪਤਾ ਇੱਥੇ ਸੰਗਤ ਦੇ ਵਿੱਚ ਕਈ ਦਿਵ ਦ੍ਰਿਸ਼ਟੀ ਵਾਲੇ ਮਾਈ ਭਾਈ ਬੈਠੇ ਆ, 2 3 4 ਤਾਂ ਇਹ ਹੁੰਦੇ ਹੀ ਆ ਹਰ ਜਗ੍ਹਾ। ਉਹ ਮੇਰੀ ਹਾਂ ਵਿੱਚ ਹਾਂ ਮਿਲਾ ਰਹੇ ਨੇ ਵੀ ਠੀਕ ਆ, ਉਹਨਾਂ ਨੂੰ ਸਾਰਾ ਕੁਝ ਦਿਖਦਾ ਵੀ ਹੈ ਵੀ ਇੱਥੇ ਕੀ ਆ। ਆਪਾਂ ਸਮਝਦੇ ਹਾਂ ਇੱਥੇ ਕੁਝ ਵੀ ਨਹੀਂਗਾ, ਤੁਸੀਂ ਸਮਝਦੇ ਹੋ ਇੰਨੀ ਸੰਗਤੀ ਹੈ, ਤੁਸੀਂ ਸਮਝਦੇ ਵੀ ਇਹ ਕਥਾ ਤੁਹਾਡੇ ਲਈ ਹੋ ਰਹੀ ਹੈ। ਇਹ ਕਥਾ ਨੂੰ ਸੁਣਦੇ, ਕੀਰਤਨ ਸੁਣਨ ਲਈ ਤਾਂ ਬਹੁਤ ਜਾਣੇ ਆਏ ਹੋਏ ਨੇ, ਇੰਨੀ ਸੰਗਤੀ ਨਹੀਂ ਹੈਗੀ ਇੱਥੇ। ਬਾਬਾ ਅਤਰ ਸਿੰਘ ਜੀ ਮਸਤੂ ਵਾਲਿਆਂ ਨੂੰ ਰਾਗੀ ਸਿੰਘ ਕਹਿੰਦੇ, ਮਹਾਰਾਜ ਤੜਕੇ ਆਸਾ ਦੀ ਵਾਰ ਲਵਾ ਲੈਂਦੇ ਹੋ 4 ਵਜੇ, ਕੋਈ ਆਉਂਦਾ ਤਾਂ ਹੈ ਨਹੀਂ। ਉਹ ਬਾਬਾ ਜੀ ਕਹਿੰਦੇ, ਭਾਜੀ ਬਹੁਤ ਸੰਗਤ ਹੁੰਦੀ ਆ, ਤੁਹਾਨੂੰ ਦਿਖਦੀ ਨਹੀਂ। ਕਹਿੰਦੇ ਨਾ ਜੀ, ਸਾਨੂੰ ਤਾਂ ਦਿਖਾਓ। ਕਹਿੰਦੇ ਚੰਗਾ, ਮੈਂ ਸਵੇਰੇ ਆਊਂਗਾ, ਤੁਸੀਂ ਐਨ ਆਨੰਦ 'ਚ ਸ਼ਬਦ ਪੜ੍ਹਿਓ। ਜਦੋਂ ਮੈਂ ਹੱਥ ਖੜਾ ਕਰੂੰਗਾ ਨਾ, ਉਂਗਲ, ਇੱਕਦਮ ਸ਼ਬਦ ਬੰਦ ਕਰ ਦਿਓ। ਬਾਬਾ ਜੀ ਬੈਠੇ, ਆਸਾ ਦੀ ਵਾਰ ਸ਼ਬਦ ਚੱਲ ਰਿਹਾ, ਬਾਬਾ ਜੀ ਨੇ ਇਸ ਤਰ੍ਹਾਂ ਹੱਥ ਖੜਾ ਕੀਤਾ, ਰਾਗੀ ਸਿੰਘਾਂ ਨੇ ਇੱਕਦਮ ਸ਼ਬਦ ਸਮਾਪਤ। ਪਰ ਸ਼ਬਦ ਦੀ ਆਵਾਜ਼ ਐ ਆ ਰਹੀ ਜਿਵੇਂ ਕਾਫੀ ਸੰਗਤ ਨਾਲ ਬੋਲ ਰਹੀ ਹੈ। ਉਹ ਕਦੇ ਰਾਗੀ ਐਂ ਦੇਖਣ, ਕਦੇ ਐਂ ਦੇਖਣ, ਕਦੇ ਤਾਂ ਦੇਖਣ, ਕਦੇ ਠਾਂ ਦੇਖਣ। ਬਾਬਾ ਜੀ ਆਵਾਜ਼ ਕਿੱਥੋਂ ਆਉਂਦੀ ਹੈ? ਕਹਿੰਦੇ ਸ਼ਹੀਦ ਸਿੰਘ ਨਾਲ ਬੋਲ ਰਹੇ ਸ਼ਬਦ। ਕਹਿੰਦੇ ਉਹ ਵੀ ਆਸਾ ਦੀ ਵਾਰ ਸੁਣਨ ਆਉਂਦੇ ਆ। ਤੁਸੀਂ ਕੀ ਸਮਝਦੇ ਹੋ ਵੀ ਤੁਸੀਂ ਇਕੱਲੇ ਬੈਠੇ ਇੱਥੇ? ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ 84 ਲੱਖ ਜੂਨ ਦਾ ਮਾਲਕ ਹੈ, 33 ਕਰੋੜ ਦੇਵਤੇ ਦਾ ਮਾਲਕ ਹੈ, 9 ਕਰੋੜ ਦੁਰਗਾ ਦਾ ਮਾਲਕ ਹੈ। ਇਹ ਪੂਰੇ ਬ੍ਰਹਿਮੰਡਾਂ ਦਾ ਮਾਲਕ ਹੈ। ਇੱਥੇ ਕੋਈ ਵੀ ਆ ਕੇ ਮੱਥਾ ਟੇਕ ਕੇ ਕਥਾ ਸੁਣ ਸਕਦਾ, ਕੀਰਤਨ ਸੁਣ ਸਕਦਾ, ਰਹਿ ਰਾਸ ਸੁਣ ਸਕਦਾ। ਇੱਥੇ ਤੜਕੇ ਕੋਈ ਸੇਵਾ ਕਰੇ, ਹੁਣ ਕਰੇ, ਮਰਜ਼ੀ ਆ। ਕਿਉਂਕਿ ਇਹ ਤੁਹਾਡਾ ਮਨੋਬਲ ਮੈਂ ਇਸ ਕਰਕੇ ਤਾਂ ਚੱਕ ਰਿਹਾ, ਮੈਨੂੰ ਇਹ ਚੀਜ਼ਾਂ ਹਲੇ ਵੀ ਰੋਕਦੇ ਨੇ ਮਹਾਂਪੁਰਖ, ਰੋਕੇ ਵੀ ਨਾਂ ਦੱਸਿਆ ਕਰੇ ਨਾ। ਮੈਂ ਕਿ ਇਹ ਡਿੱਗਦੇ ਜਾਂਦੇ ਨੇ, ਇਹਨਾਂ ਨੂੰ ਨਾਂ ਦੱਸਾਂਗੇ ਤਾਂ ਇਹਨਾਂ ਨੂੰ ਯਕੀਨ ਨਹੀਂ ਆਉਣਾ, ਫਿਰ ਇਹ ਕਹਿਣਗੇ ਸਾਡੇ ਤਾਂ ਕੋਲ ਕੁਝ ਵੀ ਨਹੀਂ ਹੈਗਾ। ਮੈਂ ਇੱਕ ਗੱਲ ਤੁਹਾਨੂੰ ਸਾਰਿਆਂ ਨੂੰ ਦੱਸਦਾ ਵੀ ਜਿੰਨਾ ਵੱਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿੰਨੇ ਵੱਡੇ ਪਾਤਸ਼ਾਹ ਨੇ, ਜਿੰਨੇ ਵੱਡੇ ਤੁਸੀਂ ਹੋ, ਤੁਹਾਨੂੰ ਖੁਦ ਹੀ ਨਹੀਂ ਪਤਾ। ਜਿੰਨਾ ਮੈਂ ਅਭਿਆਸੀਆਂ ਤੋਂ ਦੇਖਦਾ ਰਹਿਣਾ ਨਾ, ਮਹਾਰਾਜ ਸੱਚੇ ਪਾਤਸ਼ਾਹ ਦੀ ਤਾਕਤ, ਧੰਨ ਹੈ ਸੱਚੇ ਪਾਤਸ਼ਾਹ। ਬ੍ਰਹਿਮੰਡ ਦੀਆਂ ਸ਼ਕਤੀਆਂ ਤੁਹਾਡੇ ਮੂਹਰੇ ਸਾਰੀਆਂ, ਉਹ ਆਪਾਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਐਵੇਂ ਡਿੱਗਦੇ ਫਿਰਦੇ ਆ। ਬਾਣੀ ਤੋਂ ਬੇਵਿਸ਼ਵਾਸੀ ਹੋਈ ਪਈ ਆ ਆਪਣੀ ਸਾਰਿਆਂ ਦੀ। ਇਸ ਤਰ੍ਹਾਂ ਨਾ ਕਰੋ। ਆ ਹੁਣ ਤੁਸੀਂ ਕਿੰਨੀ ਇੱਥੇ, ਮੈਨੂੰ ਕਿੰਨੇ ਫੋਨ ਜਾਂਦੇ, ਮੈਂ ਜੀ ਇਟਲੀ ਤੋਂ ਬੋਲ ਰਿਹਾ ਜੀ, ਕੰਮ ਬੰਦ ਹੋ ਗਿਆ ਜੀ, ਕੰਮ ਹੀ ਨਹੀਂ ਮਿਲ ਰਿਹਾ। ਕੈਨੇਡਾ 'ਚ ਫੋਨ, ਕੰਮ ਨਹੀਂ ਮਿਲ ਰਿਹਾ। ਅਮਰੀਕਾ 'ਚ ਫੋਨ, ਕੰਮ ਨਹੀਂ ਮਿਲ ਰਿਹਾ। ਹੁਣ ਸਾਰੇ ਦੁਨੀਆ ਦਾ ਕੰਮ ਡਾਊਨ ਜਾ ਰਿਹਾ। ਕਿਉਂ? ਤੁਹਾਡੀ ਭਗਤੀ ਘਟ ਗਈ, ਤੁਹਾਡੀ ਕਮਾਈਆਂ ਖਤਮ ਹੋ ਗਈਆਂ। ਹੁਣ ਜਦੋਂ ਤੱਕ ਸ੍ਰਿਸ਼ਟੀ ਦੇ ਉੱਤੇ ਕਮਾਈ ਰਹਿੰਦੀ ਆ, ਉਦੋਂ ਤੱਕ ਸ੍ਰਿਸ਼ਟੀ ਖੜਦੀ ਆ, ਧਰਤੀ ਖੜਦੀ ਨਹੀਂ, ਧਰਤੀ ਡੋਲਣ ਲੱਗ ਜਾਂਦੀ ਆ। ਸੋ ਇਸ ਕਰਕੇ ਤੁਸੀਂ ਹੁਣ ਕਮਾਈ ਕਰੋ। ਹੁਣ ਜਿਹੜਾ ਬੰਦਾ ਰੋਟੀ ਖਾਣੀ ਚਾਹੁੰਦਾ, ਉਹ ਜਪਜੀ ਸਾਹਿਬ ਦੇ 25 ਪਾਠ ਰੋਜ਼ ਕਰੂ ਤਾਂ ਰੋਟੀ ਮਿਲੂਗੀ। ਲੋਕੀ ਕਹਿੰਦੇ ਸੀ, ਮੈਨੂੰ ਪਟਿਆਲੇ ਇੱਕ ਬੰਦਾ ਕਹਿੰਦਾ
ਕਹਿੰਦਾ ਰੋਟੀ ਤਾਂ ਡਿਗਰੀ ਨੇ ਦੇਣੀ ਹੈ, ਕਿਹੜਾ ਜਪਜੀ ਸਾਹਿਬ ਨੇ ਕਿਹੜਾ ਰੋਟੀ ਦੇ ਦੇਣੀ ਹੈ। ਮੈਂ ਕਿਹਾ ਕੋਈ ਨਹੀਂ ਪੁੱਤ, ਜਿੱਦਣ ਜੁੱਤੀਆਂ ਘਸਣਗੀਆਂ ਤੇਰੀਆਂ ਡਿਗਰੀਆਂ ਹੱਥ 'ਚ ਫੜੀਆਂ ਹੋਣਗੀਆਂ ਤੁਹਾਡੇ, ਤੁਹਾਨੂੰ ਰੋਟੀ ਨਹੀਂ ਮਿਲੂਗੀ, ਕਿਉਂਕਿ ਰੋਟੀ ਦੇਣੀ ਵਾਹਿਗੁਰੂ ਨੇ। ਇਸ ਕਰਕੇ ਕਿ ਰੋਜ਼ੀ ਦਿਹੰਦ ਹੈ। ਜਦੋਂ ਤੁਹਾਡਾ ਕੌਨਫੀਡੈਂਸ ਗੁਰੂ ਗ੍ਰੰਥ ਸਾਹਿਬ ਤੇ ਹੋਇਆ ਪੂਰਾ, ਜਦੋਂ ਆਪਾਂ ਅੰਮ੍ਰਿਤ ਛਕ ਕੇ ਰਹਿਤ ਵਾਲੇ ਬਣੇ, ਉਦੋਂ ਮਹਾਰਾਜ ਨੇ ਕਿਰਪਾ ਕਰਨੀ ਆ ਆਪ ਸੰਗਤ ਤੇ। ਇਸ ਕਰਕੇ ਆਪਾਂ ਸਾਰੀਆਂ ਸੰਗਤਾਂ ਨੂੰ ਇਹ ਵਿਚਾਰ ਕਰਨੀ ਚਾਹੀਦੀ ਆ, ਗੁਰਬਾਣੀ ਪੜ੍ਹਨ ਨਾਲ ਕਿਰਪਾ ਹੁੰਦੀ। ਅੱਜ ਤੱਕ ਜਿਸ ਕਿਸੇ ਨੇ ਪ੍ਰਾਪਤੀ ਕੀਤੀ ਆ, ਪੁਰਾਣੇ ਮਹਾਂਪੁਰਖਾਂ ਨੂੰ ਦੇਖੋ, ਜ਼ਿਕਰ ਆਪਾਂ ਕਰਦੇ ਆਂ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦਾ, ਬਾਬਾ ਸੁੰਦਰ ਸਿੰਘ ਜੀ ਖਾਲਸਾ ਦਾ। ਸਾਧ ਸੰਗਤ 8-8 ਘੰਟੇ ਕਥਾ ਕਰਕੇ ਨਾ ਸੰਗਤ ਹਿੱਲਣ ਦੇਣੀ, ਨਾ ਆਪ ਹਿੱਲਣਾ। ਕਈ ਵਾਰ ਸਿੰਘਾਂ ਨੇ ਕਹਿਣਾ ਮਹਾਰਾਜ ਇੰਨੇ ਘੰਟੇ ਸੰਗਤ ਉੱਠ ਕੇ ਤੁਰ ਜੂ। ਕਹਿੰਦੇ ਗੁਰਬਚਨ ਸਿੰਘ ਸਾਰੀ ਸੰਗਤ ਦਾ ਮਨ ਸਾਡੀ ਮੁੱਠੀ 'ਚ ਹੁੰਦਾ ਜਦੋਂ ਅਸੀਂ ਬੈਠਦੇ ਹਾਂ, ਭਾਵੇਂ ਮੈਂ 10 ਘੰਟੇ ਵੀ ਕਥਾ ਕਰਾਂ, ਕੋਈ ਹਿੱਲੂਗਾ ਨਹੀਂ। ਕਮਾਈ ਦੀ ਗੱਲ ਮੈਂ ਕਰਦਾ, ਕਮਾਈ ਜਿਨ੍ਹਾਂ ਨੇ ਕੀਤੀ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਜਦੋਂ ਕੀਰਤਨ ਕਰਦੇ ਸੀ, ਉਹਨਾਂ ਦੀ ਕਮਾਈ ਦੇਖੋ। 70 ਘੰਟੇ ਲਗਾਤਾਰ ਕੀਰਤਨ ਕਰਨਾ ਰਿਕਾਰਡ ਹੈ ਵਰਲਡ ਦਾ। 48 ਘੰਟੇ ਕੀਰਤਨ ਭਾਈ ਸਾਹਿਬ ਕਰਦੇ ਸੀ। ਕਿਉਂ? ਜਦੋਂ ਜੁੜ ਗਿਆ ਬਸ ਜੁੜ ਗਿਆ। 70 ਘੰਟੇ ਕੀਰਤਨ ਕਰਨਾ ਸੌਖਾ? ਸੋ ਇਸ ਕਰਕੇ ਜਦੋਂ ਜੀਵ ਜੁੜ ਜਾਂਦਾ ਤੇ ਜੁੜਿਆ ਹੋਇਆ ਜੀਵ, ਹੁਣ ਕਈ ਸਾਨੂੰ ਕਹਿਣਗੇ ਇੰਨੇ ਪਾਠ ਕਿੱਦਾਂ ਹੋ ਸਕਦੇ? ਤੁਹਾਨੂੰ ਪਤਾ ਗੱਲ ਕੀ ਆ, ਜਿਹੜੇ ਤਾਂ ਨਾਸਤਿਕ ਜੇ ਨੇ ਨਾ, ਕੋੜਕੂ ਮੋੜ ਜੇ, ਇਹਨਾਂ ਨੂੰ ਤਾਂ ਉਹ ਜਿਹਾ ਬੰਦਾ ਕਬੀਰ ਸਾਖਤ ਸੰਗ ਨਾ ਕੀਜੀ ਆ, ਗੇੜਾ ਜਾ ਖਾ ਕੇ ਪਰੇ ਨਿਕਲੋ, ਇਹਨੂੰ ਨਹੀਂ ਮਿਲਣਾ, ਇਹ ਤਾਂ ਬੜਾ ਭੈੜਾ ਆਦਮੀ ਹੈ, ਦੂਰਾ ਜਾਈਏ ਭਾਗ, ਬਾਸਨ ਕਾਰੋ ਪਰਸਿਆ ਤਉ ਕਛ ਲੱਗ ਗਿਆ ਦਾਗ। ਸਾਨੂੰ ਪੁੱਛ ਕੇ ਦੇਖੋ ਸਾਡੇ ਕੋਲ ਕਿੰਨੇ ਸਿੰਘ ਆਉਂਦੇ ਨੇ। ਆ ਤੁਰਨ ਵਾਲੇ ਦਿਨ, ਇੱਕ ਦਿਨ ਪਹਿਲਾਂ ਮੇਰੇ ਕੋਲ ਬੰਦਾ ਆਇਆ, ਕਹਿੰਦਾ ਮੂਲ ਮੰਤਰ ਹੁਣ ਮੈਂ ਸ਼ੁਰੂ ਕੀਤਾ ਸੀ, ਜਦੋਂ ਮੂਲ ਮੰਤਰ ਕਰਦਿਆਂ ਕਹਿੰਦਾ ਹੁਣ ਮਾਲਾ ਵੀ ਨਹੀਂ ਫੜੀਦੀ, ਪਰ ਫੇਰ ਵੀ 5000 ਮੂਲ ਮੰਤਰ ਸ਼ਾਮ ਤੱਕ ਹੋ ਜਾਂਦਾ ਮੇਰਾ। ਕਹਿੰਦਾ ਹੁਣ ਮੇਰੇ ਅੰਦਰ ਹੀ ਸ਼ੁਰੂ ਹੋ ਗਿਆ। 5000 ਮੂਲ ਮੰਤਰ ਹਰ ਰੋਜ਼ ਕਰਦਾ। ਕਿੰਨੀਆਂ ਮਾਲਾ ਗਿਣ ਲਓ ਵੀ ਕਿੰਨੀਆਂ ਮਾਲਾ ਹੋ ਗਈਆਂ ਇਹ। ਇਸ ਕਰਕੇ ਇੱਕ ਦੋਧੀ ਦਾ ਪ੍ਰਮਾਣ ਵੀ ਕਥਾ ਹੀ ਦਿੱਤਾ ਹੋਇਆ। 100 ਜਪਜੀ ਸਾਹਿਬ ਰੋਜ਼ ਕਰਦਾ, ਜਦੋਂ ਅੰਦਰੋਂ ਕਿਰਪਾ ਹੋ ਜਾਂਦੀ, ਅੰਦਰੋਂ ਸ਼ੁੱਧ ਹੋ ਜਾਂਦਾ, ਅੰਦਰ ਪ੍ਰਕਾਸ਼ ਹੋ ਜਾਂਦਾ, ਉਦੋਂ ਉਹ ਕਹਿੰਦਾ 24 ਘੰਟੇ ਵਿੱਚ ਮੇਰੇ 400 ਜਪਜੀ ਸਾਹਿਬ ਹੁੰਦਾ ਆਪਣੇ ਆਪ ਹੀ ਅੰਦਰ। ਕਹਿੰਦੇ ਬੰਦ ਕਰਦੇ ਹੁਣ ਮਹਾਂਪੁਰਖ ਕਹਿੰਦੇ ਹੁਣ ਇਹ ਬੰਦ ਨਹੀਂ ਹੁੰਦਾ। ਕਿਉਂ? ਕਿਉਂਕਿ ਆਤਮਾ ਸ਼ੁੱਧ ਹੋ ਚੁੱਕੀ ਅੰਦਰੋਂ। ਆਪਣੇ ਤੁਹਾਡੇ ਵਿੱਚ ਹੁਣ ਵੀ ਸਿਮਰਨ ਹੋ ਰਿਹਾ, ਸਾਰਿਆਂ 'ਚ ਹੁਣ ਵੀ ਆ ਕੰਧਾਂ 'ਚ ਸਿਮਰਨ ਹੋ ਰਿਹਾ, ਆਕਾਸ਼ ਵਿੱਚ ਵੀ ਸਿਮਰਨ ਹੋ ਰਿਹਾ, ਦਰਖਤਾਂ ਵਿੱਚ ਵੀ ਸਿਮਰਨ ਹੋ ਰਿਹਾ। ਬਿਨ ਨਾਵੈ ਨਾਹੀ ਕੋ ਥਾਉ, ਨਾਮ ਤੋਂ ਬਿਨਾਂ ਕੋਈ ਥਾਂ ਖਾਲੀ ਨਹੀਂ। ਪਰ ਮੈਂ ਕਹਾਂ ਹੁਣ ਇੱਥੇ ਮੋਬਾਈਲ ਦੀ ਫ੍ਰੀਕੁਐਂਸੀ ਨਹੀਂ ਹੁਣ ਹੈਗੀ ਆ, ਪਰ ਜੇ ਬੰਦੇ ਕੋਲ ਮੋਬਾਈਲ ਹੀ ਨਹੀਂ ਤਾਂ ਉਹ ਕੀ ਸੁਣੂਗਾ? ਜੇ ਤੁਹਾਡੇ ਅੰਦਰ ਅਵਸਥਾ ਹੀ ਨਹੀਂ ਬਣੀ ਹੋਈ ਤਾਂ ਤੁਸੀਂ ਕੀ ਸੁਣੋਗੇ? ਬੈਠ ਕੇ ਰੋਜ਼ ਅਭਿਆਸ ਕਰੋ 8 ਘੰਟੇ। ਹੁਣ ਕਈ ਕਹਿੰਦੇ ਸਾਡੇ ਕੋਲ ਕੰਮ ਨਹੀਂ, ਅਸੀਂ ਬਿਲਕੁਲ ਵਿਹਲੇ ਆ। ਉਹ ਮੈਂ ਕਹਿੰਦਾ ਰੱਬ ਨੇ ਤੁਹਾਨੂੰ ਮੌਕਾ ਦਿੱਤਾ, ਹੁਣ ਤਾਂ ਮੌਕਾ ਦਿੱਤਾ ਇੱਕ। ਜਦੋਂ ਅਸੀਂ ਕਹਿੰਦੇ ਸੀ ਇੰਨੀ ਬਾਣੀ ਪੜ੍ਹੋ, ਇੰਨੇ ਪਾਠ ਕਰੋ, ਬਿਜ਼ੀ ਆ